Today I again say good luck and goodbye Congress. ਵੱਡਾ ਵੱਡਾ ਲੀਡਰ ਗੁੱਡ ਬਾਏ ਤੇ ਗੁੱਡ ਲੱਕ ਕਹਿ ਦੇ, ਉਸ ਤੇ ਮੈਂ ਮਤਲਬ ਮੇਰੇ ਵਾਲੀ ਗੱਲ ਤੇ ਉਹਨਾਂ ਦੇ ਕੋਈ ਟਿੱਪਣੀ ਕਰਨੀ। ਸਲਾਹਾਂ ਦਿੱਤੀਆਂ ਨੇ, ਸੁਝਾਅ ਦਿੱਤੇ ਨੇ ਰਾਹੁਲ ਗਾਂਧੀ ਸਾਹਿਬ ਨੂੰ, ਤੇ ਇਹਨਾਂ ਸੁਝਾਅ ਤੇ ਕੋਈ ਵਿਚਾਰ ਵਟਾਂਦਰਾ ਹੋਏਗਾ? ਜਦੋਂ ਤੁਸੀਂ ਪਰਿਵਾਰ ਦਾ ਹਿੱਸਾ ਨਹੀਂ ਰਹੇ ਤੇ ਜਿਹੜੇ ਤੁਸੀਂ ਸਲਾਹ ਦੇ ਕੇ ਜਾਂਦੇ ਹੈਗੇ ਹੋ ਉਹ ਸਲਾਹ ਨਹੀਂ ਰਹਿੰਦੀ। ਉਹ ਕਿਤੇ ਨਾ ਕਿਤੇ ਉਹ ਸਲਾਹ ਦੀ ਬਜਾਏ ਜਾਮ ਹੋ ਗਏ। ਉਹਨੂੰ ਕਿਸ ਤਰੀਕੇ ਨਾਲ ਵੀ ਲੈ ਸਕਦੇ ਹੋ, ਗਿਲੇ ਸ਼ਿਕਵੇ ਲੈ ਸਕਦੇ ਹੋ, ਮਨ ਦੇ ਵਲਵਲੇ ਜਿਹੜੇ ਹੁੰਦੇ ਹੈਗੇ ਆ ਉਹ ਲੈ ਸਕਦੇ ਹੋ। ਜਾਖੜ ਸਾਹਿਬ ਨੇ ਗੱਲ ਕਹੀ ਆ ਕਿ ਖਟੀਆ ਤੇ ਕਾਂਗਰਸ ਤੇ ਉਹ ਸੱਚੀ ਪਾਰਟੀ ਦੇ ਵਿੱਚ ਉਤਰਾਵ ਚੜਾਵ ਆਉਂਦੇ ਰਹਿੰਦੇ ਆ। ਤੁਹਾਡੇ ਲੇਕਿਨ ਸਾਡੇ ਪਾਰਟੀ ਪ੍ਰਧਾਨ ਇਹੋ ਜਿਹਾ ਕੋਈ ਲੀਡਰ ਵੱਡਾ ਬਿਆਨ ਦੇ ਕੇ ਜਾਂਦਾ ਕਿ ਦਿੱਲੀ ਦੇ ਵਿੱਚ ਬੈਠੇ ਲੀਡਰ ਪੰਜਾਬ ਕਾਂਗਰਸ ਨੂੰ ਜਿਹੜਾ ਨੁਕਸਾਨ ਪਹੁੰਚਿਆ ਉਹ ਜ਼ਿੰਮੇਵਾਰ ਨੇ, ਫਿਰ ਗਿਲੇ ਸਿਕਵੇ ਕਿੱਦਾਂ ਦੂਰ ਹੋਣਗੇ? ਲੋਕੀ ਤਾਂ ਛੱਡ ਕੇ ਜਾ ਰਹੇ ਨੇ। ਨਹੀਂ ਤੇ ਭਤੀਜਾ ਐਮਐਲਏ ਸਾਹਿਬ ਆ ਬੋਹਰ ਤੋਂ। ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ, ਮੈਂ ਸੁਨੀਲ ਕੁਮਾਰ। ਗੱਲ ਕਰਾਂਗਾ ਅੱਜ ਪੰਜਾਬ ਦੇ ਵਿੱਚ ਨਵੇਂ ਸਿਆਸੀ ਝੱਖੜ ਦੀ, ਜਿਹੜਾ ਸੁਨੀਲ ਜਾਖੜ ਵੱਲੋਂ ਬਿਆਨ ਦਿੱਤਾ ਗਿਆ ਤੇ ਉਸ ਦੇ ਨਾਲ ਹੀ ਚਿੰਤਨ ਸ਼ਿਵਰ ਵੀ ਚੱਲ ਰਿਹਾ ਕਾਂਗਰਸ ਦਾ, ਤੇ ਹੋਰ ਵੀ ਕਈ ਸਿਆਸੀ ਮਸਲੇ ਨੇ ਪੰਜਾਬ ਦੇ ਵਿੱਚ ਤੇ ਮੁਲਕ ਦੇ ਵਿੱਚ, ਸਾਰਿਆਂ ਤੇ ਗੱਲਬਾਤ ਕਰਾਂਗਾ। ਮੇਰੇ ਨਾਲ ਕਾਂਗਰਸ ਦੇ ਜਨਰਲ ਸਕੱਤਰ ਜਿਹੜੇ ਪੰਜਾਬ ਕਾਂਗਰਸ ਦੇ ਬੀਤੇ ਦਿਨੀ ਲਗਾਏ ਗਏ ਸੀ, ਸੰਦੀਪ ਸੰਧੂ ਸਾਹਿਬ ਮੇਰੇ ਨਾਲ ਮੌਜੂਦ ਨੇ। ਸੰਧੂ ਸਾਹਿਬ, ਜਗਬਾਣੀ ਟੀਵੀ ਤੇ ਬਹੁਤ ਬਹੁਤ ਸਵਾਗਤ। ਸ਼ੁਕਰੀਆ ਜੀ। ਤੇ ਸੰਧੂ ਸਾਹਿਬ, ਚਿੰਤਨ ਸ਼ਿਵਰ ਚੱਲ ਰਿਹਾ, ਨਵ ਚਿੰਤਨ ਸ਼ਿਵਰ, ਕਹਿੰਦੇ ਸਾਰੇ ਲੀਡਰ ਮੁਲਕ ਭਰ ਦੇ ਪਹੁੰਚੇ ਹੋਏ ਨੇ, ਕਾਫੀ ਉੱਥੇ ਚਰਚਾ ਹੋ ਰਹੀ ਆ। ਸੁੱਖੂ ਸਾਹਿਬ ਦੇ ਬਿਆਨ ਆਏ, ਸੋਨੀਆ ਗਾਂਧੀ ਜੀ ਦਾ ਵੀ ਬਿਆਨ ਆਇਆ, ਜਾਂ ਵੱਖ-ਵੱਖ ਪੰਜਾਬ ਦੇ ਲੀਡਰਾਂ ਦੇ ਬਿਆਨ ਆਏ। ਕੀ ਕੁਝ ਹੋਰ ਅਪਡੇਟ ਆ ਉਹਦੇ 'ਚ? ਦੇਖੋ, ਪਰਿਵਾਰ ਦੇ ਮੋਢੀ ਜਿਹੜੇ ਹੈਗੇ ਆ, ਪਾਰਟੀ ਪਰਿਵਾਰ ਹੁੰਦੀ ਆ, ਪਰਿਵਾਰ ਦੇ ਮੋਢੀ ਇਕੱਠੇ ਹੋਏ ਆ ਉਦੈਪੁਰ ਦੇ ਵਿੱਚ, ਔਰ ਜਿਹੜੀ ਪਾਰਟੀ ਦੇ ਔਰ ਦੇਸ਼ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਇੱਕ ਸੋਚ ਬਣੀ ਹੈ ਕਿ ਇਕੱਠੇ ਹੋ ਕੇ ਉਸ ਨੂੰ ਲੈ ਕੇ ਗੱਲਬਾਤ ਕਰੀਏ ਔਰ ਅਗਾਂਹ ਕਿਵੇਂ ਵਧਣਾ ਹੈ, ਇਹ ਸੋਚ ਲੈ ਕੇ ਉੱਥੇ ਇਕੱਠੇ ਹੋਏ ਆ। ਔਰ ਆਸ ਕਰਦੇ ਹਾਂ ਕਿ ਜਦੋਂ ਚਿੰਤਨ ਸ਼ਿਵਰ ਖਤਮ ਹੋਊਗਾ, ਕੁਛ ਇਸ ਕਿਸਮ ਦੇ ਦਿਸ਼ਾ ਨਿਰਦੇਸ਼ ਆਉਣਗੇ ਜਿਹਦੇ ਨਾਲ ਪਾਰਟੀ ਵੀ ਮਜ਼ਬੂਤ ਹੋਊਗੀ, ਔਰ ਜਿਹੜੀ ਦੇਸ਼ ਦੇ ਲਈ ਜੋ ਇੱਕ ਯੋਗਦਾਨ ਪਾਉਣਾ ਹੈਗਾ ਪਾਰਟੀ ਨੇ, ਉਸ 'ਤੇ ਜਿਹੜੀ ਪਾਉਣ ਦੀ ਅੱਛੀ ਜਿਹੜੀ ਹੈਗੀ ਉਹ ਸੇਧ ਵੀ ਮਿਲੇਗੀ। ਤਾਂ ਸਿਹਤ ਤਾਂ ਜਿਹੜੀ ਮਿਲਣ ਦੀ ਦਿਸ ਨਹੀਂ ਰਹੀ, ਕਿਉਂਕਿ 2019 ਤੋਂ ਬਾਅਦ ਦੀ ਗੱਲ ਕਰਾਂ ਜਾਂ ਜਿਹੜੀਆਂ ਜਿਮਨੀ ਚੋਣਾਂ ਹੋਈਆਂ ਸੀ, ਉਸ ਤੋਂ ਬਾਅਦ ਲਗਾਤਾਰ ਇੱਕ ਕੜਾ ਕਲੇਸ਼ ਲਗਾਤਾਰ ਕਾਂਗਰਸ ਦੇ ਵਿੱਚ ਵੇਖਿਆ ਜਾਂਦਾ ਤੇ ਵਕਤ ਤੇ ਖੁੱਲ੍ਹ ਕੇ ਵੀ ਸਾਹਮਣੇ ਵੀ ਆਉਂਦਾ ਰਹਿੰਦਾ। ਚਾਹੇ ਮੈਂ ਬੀਤੇ ਦਿਨੀ ਜੰਮੂ ਕਸ਼ਮੀਰ ਦੀ ਗੱਲ ਕਰਾਂ, ਉੱਥੇ ਸਾਬਕਾ ਵਿਧਾਇਕ ਸੀਗੇ ਭੱਟ ਸਾਹਿਬ, ਉਹਨਾਂ ਨੇ ਬਿਆਨ ਦਿੱਤੇ। ਉਸ ਤੋਂ ਬਾਅਦ ਹੁਣ ਮੁੜ ਤੋਂ ਜਾਖੜ ਸਾਹਿਬ ਦਾ ਬਿਆਨ ਆਇਆ, ਤੇ ਚਿੰਤਨ ਨਾਲ ਸਭ ਕੁਝ ਹੱਲ ਹੋ ਜਾਏਗਾ, ਕਿਉਂਕਿ ਜਾਖੜ ਸਾਹਿਬ ਤਾਂ ਕਹਿ ਕੇ ਗਏ ਨੇ ਕਿ ਚਿੰਤਾ ਕਰਨ ਦੀ ਲੋੜ ਆ। ਨਹੀਂ, ਪਰਿਵਾਰ ਦੇ ਵਿੱਚ ਦੇਖੋ, ਜਾਖੜ ਸਾਹਿਬ ਤਾਂ ਹੁਣ ਗੁੱਡ ਬਾਏ ਕਹਿ ਗਏ ਆ। ਉਹਨਾਂ ਨੇ ਕਿਹਾ ਗੁੱਡ ਲੱਕ ਐਂਡ ਗੁੱਡ ਬਾਏ ਕਾਂਗਰਸ। ਲੀਡਰ ਤਾਂ ਸੀਗੇ ਨਾ। ਜਦੋਂ ਦੇਖੋ, ਮੈਂ ਉਸ 'ਤੇ ਟਿੱਪਣੀ ਤਾਂ ਕਰਾਂ ਜੇ ਉਹ ਅੱਜ ਇਹ ਗੱਲਾਂ ਕਹਿ ਕੇ ਪਾਰਟੀ ਦਾ ਹਿੱਸਾ ਹੁੰਦੇ। ਉਹਨਾਂ ਨੇ ਆਪਦੀ ਮਨ ਦੀ ਜਿਹੜੀ ਗੱਲ ਸੀ ਇੱਕ ਇਸ ਲੈਵਲ 'ਤੇ, ਕਿਉਂਕਿ ਉਹਨਾਂ ਦਾ ਆਪ ਦਾ ਸਤਰ ਬੜਾ ਉੱਚਾ ਰਿਹਾ ਪਾਰਟੀ ਦੇ ਵਿੱਚ, ਉਹਨਾਂ ਨੇ ਮੇਰੇ ਖਿਆਲ 7 ਜਾਂ 8 ਚੁਣਾਵ ਲੜੇ ਹੈਗੇ ਆ, ਪਾਰਟੀ ਦੇ ਪ੍ਰਧਾਨ ਰਹੇ ਆ, ਪਾਰਟੀ ਦੇ CLP ਲੀਡਰ ਰਹੇ ਆ, ਮੈਂਬਰ ਪਾਰਲੀਮੈਂਟ ਰਹੇ ਆ। ਸੋ ਬਹੁਤ ਪਾਰਟੀ ਵੱਲੋਂ ਜਿਹੜੀ ਹੈਗੀ ਆ ਉਹਨਾਂ ਨੂੰ ਮਾਣ ਬਖਸ਼ਿਆ ਗਿਆ ਹੈਗਾ। ਪਰਿਵਾਰਿਕ ਤੌਰ 'ਤੇ ਤੀਸਰੀ ਪੁਸ਼ਤ ਪਾਰਟੀ ਨਾਲ ਜੁੜ ਚੁੱਕੀ ਹੈਗੀ ਹੈ। ਸੋ ਉਹਨਾਂ ਦੇ ਜਦੋਂ ਵੱਡਾ ਲੀਡਰ ਗੁੱਡ ਬਾਏ ਤੇ ਗੁੱਡ ਲੱਕ ਕਹਿ ਦੇ, ਉਸ 'ਤੇ ਮੈਂ ਮਤਲਬ ਮੇਰੇ ਵਾਲੀ ਗੱਲ ਤੇ ਉਹਨਾਂ ਦੇ ਕੋਈ ਟਿੱਪਣੀ ਕਰਨੀ, ਮੈਂ ਕੋਈ ਉਸ ਨੂੰ ਜ਼ਿਆਦਾ ਉਸ ਨਹੀਂ ਦੇਊਂਗਾ। ਪਰ ਜਿੱਥੋਂ ਤੱਕ ਪਾਰਟੀ ਦੇ ਵਿੱਚ ਇਹ ਇਕੱਠ ਹੋ ਕੇ ਇੱਕ ਦਿਸ਼ਾ ਵਾਲੀ ਨਿਰਦੇਸ਼ ਵਾਲੀ ਗੱਲ ਕੀਤੀ ਹੈ, ਪਰਿਵਾਰ ਜਿਹੜਾ ਇਕੱਠਾ ਹੋ ਕੇ ਇੱਕ 3 ਦਿਨਾਂ ਦਾ ਮਾਹੌਲ ਬਣਿਆ, ਔਰ ਇਹ ਸੋਚ 'ਚ ਹੈਗਾ ਕਿ ਪਾਰਟੀ ਨੂੰ ਹੋਰ ਕਿਵੇਂ ਮਜ਼ਬੂਤ ਕਰਨਾ, ਦੇਸ਼ ਨੂੰ ਹੋਰ ਕਿਵੇਂ ਮਜ਼ਬੂਤ ਕਰਨਾ, ਹੋਰ ਕਿਵੇਂ ਯੋਗਦਾਨ ਪਾਉਣਾ ਹੈ, ਜਿਹੜੇ ਸਾਡੇ ਪਾਰਟੀ ਦੇ ਸਟੇਟ ਯੂਨਿਟਸ ਹੈ ਉਹਨਾਂ ਨੂੰ ਕੀ ਦਿਸ਼ਾ ਨਿਰਦੇਸ਼ ਦੇਣੇ ਹੈ, ਉਹ ਜਾਂ ਅੱਗੇ ਕਿਸ ਤਰੀਕੇ ਨਾਲ ਮੁਹਿੰਮ ਚਲਾਉਣੀ ਹੈਗੀ ਹੈ। 24 ਦੀਆਂ ਇਲੈਕਸ਼ਨਾਂ ਆ ਰਹੀਆਂ, ਉਹ ਸਾਰੀ ਉਸ ਸ਼ਿਵਰ ਦਾ ਹਿੱਸਾ ਹੈਗੀਆਂ। ਨਹੀਂ, ਉਸ ਸ਼ਿਵਰ ਦੀ ਗੱਲ ਤਾਂ ਹੈਗੀ ਆ, ਲੇਕਿਨ ਜਾਖੜ ਸਾਹਿਬ ਕਹਿ ਕੇ ਗਏ ਨੇ ਕਿ ਤੁਸੀਂ ਕਹਿ ਰਹੇ ਹੋ ਕਿ 24 ਦੀ ਤਿਆਰੀ ਕਰਨੀ ਅਸੀਂ ਹੁਣ। ਖਾੜ ਤੇ ਚਰਚਾ ਦਾ ਉਹਨਾਂ ਨੇ ਜ਼ਿਕਰ ਕੀਤਾ, ਪ੍ਰਸ਼ਾਂਤ ਕਿਸ਼ੋਰ ਸਾਹਿਬ ਦਾ ਉਹਨਾਂ ਨੇ ਜ਼ਿਕਰ ਕੀਤਾ। ਤੁਸੀਂ ਵੀ ਕਾਫੀ ਸਾਲਾਂ ਤੋਂ ਦੇਖ ਰਹੇ ਹੋ ਕਿ ਕੁਝ ਉਤਾਰ ਚੜਾਵ ਹੋ ਰਿਹਾ। ਸਿੱਧੂ ਸਾਹਿਬ ਪ੍ਰਧਾਨ ਲਗਾਏ ਗਏ, ਜਾਂ ਉਸ ਤੋਂ ਪਹਿਲਾਂ ਵੀ ਜਾਖੜ ਸਾਹਿਬ ਕੋਲ ਕਮਾਨ ਸੀਗੀ, ਜਾਂ ਜਿਹੜੇ ਲੋਕ ਸਭਾ ਚੋਣਾਂ ਸੀਗੀਆਂ ਉਸ ਵੇਲੇ ਵੀ ਕੀ ਕੁਝ ਹਾਲਾਤ ਸੀਗੇ। ਕੈਪਟਨ ਸਾਹਿਬ ਗਏ ਤਾਂ ਉਹ ਵੀ ਇਹੋ ਜਿਹੀਆਂ ਤੱਤੀਆਂ ਗੱਲਾਂ ਕਹਿ ਕੇ ਗਏ, ਤਾਂ ਇਹੋ ਦੇ ਵਿੱਚ ਹੁਣ ਜਿਹੜੀ ਜਾਖੜ ਸਾਹਿਬ ਨੇ ਗੱਲ ਕਹੀ ਆ ਕਿ ਖਟੀਆ ਤੇ ਕਾਂਗਰਸ ਤੇ ਉਹ ਸੱਚੀ ਆ? ਨਹੀਂ, ਮੈਂ ਆਪਦੀ ਸੋਚ ਨਾਲ ਤੇ ਜੋ ਪਾਰਟੀ ਦੀ ਸਾਡੀ ਸੋਚ ਆ, ਮੈਂ ਉਸ ਨਾਲ ਆਪਦਾ ਉਸ ਵਿੱਚ ਦਿਲਚਸਪੀ ਰੱਖਦਾ ਔਰ ਉਸ ਨੂੰ ਫੋਲੋ ਕਰਦਾ। ਪਾਰਟੀ ਦੇ ਵਿੱਚ ਉਤਰਾਵ ਚੜਾਵ ਆਉਂਦੇ ਰਹਿੰਦੇ ਆ।
ਪਾਰਟੀ 1992 ਵਿੱਚ ਅੱਤਵਾਦ ਜਦੋਂ ਖਤਮ ਹੋਇਆ ਔਰ ਪਾਰਟੀ ਨੂੰ ਪਹਿਲੀ ਵਾਰ ਅੱਤਵਾਦ ਤੋਂ ਬਾਅਦ ਮੌਕਾ ਮਿਲਿਆ, 5 ਸਾਲ ਸੇਵਾ ਕੀਤੀ। 97 ਦੇ ਵਿੱਚ ਇੱਕ ਬੜੇ ਵੱਡੀ ਬਹੁਮਤ ਨਾਲ ਵਿਰੋਧੀ ਪਾਰਟੀ ਜਿਹੜੀ ਉਦੋਂ ਸ਼੍ਰੋਮਣੀ ਅਕਾਲੀ ਦਲ ਸੀ, ਉਹਨਾਂ ਨੇ ਸੱਤਾ ਸੰਭਾਲੀ। ਉਹੀ ਪਾਰਟੀ ਜਿਹਨੂੰ ਐਡਾ ਵੱਡਾ ਬਹੁਮਤ ਮਿਲਿਆ ਸੀ 2000 ਦੇ ਵਿੱਚ, ਉਸੇ ਤੋਂ ਹੀ ਕਾਂਗਰਸ ਪਾਰਟੀ ਨੇ ਦੁਬਾਰਾ ਸੱਤਾ ਲਿੱਤੀ। 2017 ਵਿੱਚ ਫਿਰ ਪਾਰਟੀ ਨੂੰ ਬੜਾ ਵੱਡਾ ਬਹੁਮਤ ਮਿਲਿਆ। ਪਾਰਲੀਮੈਂਟ ਦੇ ਵਿੱਚ ਪਾਰਟੀ ਨੇ ਇੱਥੋਂ 8 ਸੀਟਾਂ ਲਿੱਤੀਆਂ। 2022 ਦੀ ਇਲੈਕਸ਼ਨ ਦੇ ਵਿੱਚ ਜਿਹੜੀ ਹੁਣ ਆਈ, ਇੱਕ ਪੂਰੇ ਪੰਜਾਬ ਵਿੱਚ ਇੱਕ ਬਦਲਾਵ ਦੀ ਸੋਚ ਸੀ, ਇੱਕ ਰਾਜਨੀਤਿਕ ਜਿਹੜੀਆਂ ਪਾਰਟੀਆਂ ਤੋਂ ਹਟ ਕੇ ਇੱਕ ਨਵਾਂ ਇਨਕਲਾਬ ਦੀ ਸੋਚ ਸੀ, ਔਰ ਲੋਕਾਂ ਨੇ ਉਸ ਇਨਕਲਾਬ ਦਾ, ਉਸ ਸੋਚ ਦਾ ਸਾਥ ਦਿੱਤਾ। ਉਸ 'ਚ ਭਾਵੇਂ ਕਾਂਗਰਸ ਪਾਰਟੀ ਸੀ, ਭਾਵੇਂ ਭਾਰਤੀ ਜਨਤਾ ਪਾਰਟੀ ਸੀ, ਭਾਵੇਂ ਬਹੁਜਨ ਸਮਾਜ ਪਾਰਟੀ ਸੀ, ਔਰ ਭਾਵੇਂ ਸ਼੍ਰੋਮਣੀ ਅਕਾਲੀ ਦਲ ਸੀ। ਜੇ ਤੁਸੀਂ ਸਾਰਿਆਂ ਦੇ ਉਸ ਪਾਰਟੀ ਦੇ ਵਿੱਚ ਰਿਜ਼ਲਟਸ ਦੇਖੋ ਤਾਂ ਇੱਕ ਕਿਸਮ ਦੇ ਹੀ ਮਿਲੇ, ਕਿਉਂਕਿ ਇੱਕ ਪੂਰੇ ਪੰਜਾਬ 'ਚ ਇੱਕ ਸੋਚ ਇਹੋ ਜਿਹੀ ਬਣ ਗਈ ਸੀ। ਪਾਰਟੀ ਜਿਹੜੀ ਅੱਜ ਵੀ ਮੇਨ ਓਪੋਜੀਸ਼ਨ ਪਾਰਟੀ ਪੰਜਾਬ ਵਿੱਚ ਕਾਂਗਰਸ ਪਾਰਟੀ ਹੈਗੀ ਹੈ। ਪਾਰਟੀ ਦੇ ਵਿੱਚ ਨਵੇਂ ਪ੍ਰਧਾਨ ਥਾਪੇ ਗਏ ਆ, ਉਹਨਾਂ ਨੂੰ ਇੱਕ ਨਵੀਂ ਟੀਮ ਦਿੱਤੀ ਗਈ ਹੈ, ਵਰਕਿੰਗ ਪ੍ਰੈਜ਼ੀਡੈਂਟ ਨਾਲ ਲਾਏ ਗਏ ਆ, ਵਾਈਸ ਪ੍ਰੈਜ਼ੀਡੈਂਟਸ ਲਾਏ ਗਏ ਆ, CLP ਲੀਡਰ ਬਣਿਆ, ਔਰ ਇਹ ਦੁਬਾਰਾ ਪਰਿਵਾਰ ਜਿਹੜਾ ਪੰਜਾਬ ਦਾ ਹੈਗਾ ਇੱਕ ਮੁੱਠ ਹੋ ਕੇ ਸਿਰ ਨਾਲ ਸਿਰ ਲਾ ਕੇ ਆਲਰੇਡੀ ਮਿਹਨਤ ਸ਼ੁਰੂ ਕਰ ਦਿੱਤੀ ਹੈਗੀ ਹੈ। ਔਰ ਇਸ ਮਿਹਨਤ ਦੇ ਨਾਲ ਹੀ ਜਿਹੜੀ ਪਾਰਟੀ ਹੈਗੀ ਹੈ ਦੁਬਾਰਾ ਤੋਂ ਮਜ਼ਬੂਤ ਹੋਊਗੀ। ਜਿਹੜੀ ਵਰਕਰਾਂ ਦੀ ਗਿਲੇ ਸ਼ਿਕਵੇ ਹੈਗੇ ਆ, ਜਿਹੜੀ ਉਹਨਾਂ ਦੀਆਂ ਜਾਇਜ਼ ਗੱਲਾਂ ਮਨ ਦੇ ਉਹਨਾਂ ਦੇ ਜਿਹੜੇ ਉਬਾਲੇ ਹੈਗੇ ਆ, ਉਹਨਾਂ ਨੂੰ ਲਗਾਤਾਰ ਸੁਣਿਆ ਜਾ ਰਿਹਾ। ਔਰ ਫਿਰ ਗਿਲੇ ਸਿਕਵੇ ਸੰਧੂ ਸਾਹਿਬ, ਗਿਲੇ ਸਿਕਵੇ ਤਾਂ ਦੇਖੋ ਕਾਫੀ, ਮੈਂ ਭਾਵੇਂ ਹਿਮਾਚਲ ਦੀ ਗੱਲ ਕਰਾਂ, ਰਾਣਾ ਸਾਹਿਬ ਜਿਹੜੇ ਨੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ, ਸੁੱਖੂ ਸਾਹਿਬ ਨੇੜੇ ਉਹਨਾਂ ਨਾਲ ਗੱਲਬਾਤ ਹੋਈ, ਜੰਮੂ ਦੇ ਵਿੱਚ ਕਾਫੀ ਵਿਧਾਇਕਾਂ ਨਾਲ ਮੇਰੀ ਗੱਲਬਾਤ ਹੋਈ, ਤਾਂ ਉਹਨਾਂ ਨੇ ਵੀ ਗਿਲੇ ਸਿਕਵੇ ਦੂਰ ਕਰਨ ਦੀ ਗੱਲ ਕਹੀ। ਲੇਕਿਨ ਜਦੋਂ ਇਹੋ ਜਿਹਾ ਕੋਈ ਲੀਡਰ ਵੱਡਾ ਬਿਆਨ ਦੇ ਕੇ ਜਾਂਦਾ ਕਿ ਦਿੱਲੀ ਦੇ ਵਿੱਚ ਬੈਠੇ ਲੀਡਰ ਪੰਜਾਬ ਕਾਂਗਰਸ ਨੂੰ ਜਿਹੜਾ ਨੁਕਸਾਨ ਪਹੁੰਚਿਆ ਉਹ ਜ਼ਿੰਮੇਵਾਰ ਨੇ, ਫਿਰ ਗਿਲੇ ਸਿਕਵੇ ਕਿੱਦਾਂ ਦੂਰ ਹੋਣਗੇ? ਲੋਕੀ ਤਾਂ ਛੱਡ ਕੇ ਜਾ ਰਹੇ ਨੇ। ਨਹੀਂ, ਤੇ ਭਤੀਜਾ MLA ਸਾਹਿਬ ਆ ਬੋਹਰ ਤੋਂ, ਪਰਿਵਾਰ ਦਾ ਹਿੱਸਾ ਹੈਗਾ। ਪਰਿਵਾਰ ਦਾ ਇੱਕ ਜੀ ਨੇ ਆਪਦੀ ਸੇਵਾ ਦੇ ਕੇ ਪਾਰਟੀ ਨੂੰ ਅਲਵਿਦਾ ਕਹਿਤਾ, ਪਰ ਜਿਹੜਾ ਤੀਸਰੀ ਪੁਸ਼ਤ ਹੈਗੀ ਉਸ ਪਰਿਵਾਰ ਦੀ, ਸਾਡੇ ਬੋਹਰ ਤੋਂ MLA ਸਾਹਿਬ ਹੈਗੀ ਹੈ। ਇਹ ਹਿਮਾਚਲ 'ਚ ਕੀ ਹੋ ਰਿਹਾ ਜਾਂ ਸ਼ਿਮਲਾ 'ਚ ਕੀ ਹੋ ਰਿਹਾ, ਆਪਣਾ ਜੰਮੂ 'ਚ ਕੀ ਹੋ ਰਿਹਾ, ਦੇਖੋ ਤੁਸੀਂ, ਤੁਹਾਡਾ ਜਿਹੜਾ ਚੈਨਲ ਹੈਗਾ, ਤੁਸੀਂ ਹਰ ਥਾਂ 'ਤੇ ਤੁਹਾਡੀ ਪਹੁੰਚ ਹੈਗੀ ਹੈ। ਮੇਰੀ ਸੋਚ ਜਾਂ ਮੇਰਾ ਜਿਹੜਾ ਹੱਕ ਹਕੂਕ ਹੈ ਜਾਂ ਮੇਰਾ ਜਿਹੜਾ ਸੇਵਾ ਕਰਨ ਦਾ ਦਾਇਰਾ ਹੈ ਉਹ ਪੰਜਾਬ ਵਿੱਚ ਹੈ। ਔਰ ਜਿਵੇਂ ਮੈਂ ਆਖਿਆ, ਪੰਜਾਬ ਦੇ ਵਿੱਚ ਬਹੁਤ ਵੱਡੇ ਦਿੱਗਜ ਲੀਡਰਾਂ ਨੇ ਪਾਰਟੀ ਦਾ ਸਾਥ ਛੱਡਿਆ। ਜਦੋਂ ਤੱਕ ਵਰਕਰ ਜਿਹੜਾ ਹੈਗਾ ਉਹ ਮਾਨ ਸਨਮਾਨ ਉਹਨੂੰ ਮਿਲਦਾ ਰਹੇ, ਉਹ ਚੜ੍ਹਦੀਆਂ ਕਲਾਂ 'ਚ ਰਹੇ, ਪਾਰਟੀ ਦੀ ਮਜ਼ਬੂਤੀ ਹੈ ਜਿਹੜੀ ਉਹ ਬਣਦੀ ਰਹਿੰਦੀ ਹੈ। ਲੀਡਰ ਸਾਹਿਬਾਨਾਂ ਨੇ ਸਮੇਂ-ਸਮੇਂ 'ਤੇ ਸੇਵਾ ਕਰਕੇ ਜਾਂ ਪਾਰਟੀ ਦੇ ਵਿੱਚ ਅਲੱਗ-ਅਲੱਗ ਅਹੁਦਿਆਂ 'ਤੇ ਰਹਿ ਕੇ ਜਾਂ ਪਾਰਟੀ ਵੱਲੋਂ ਮਾਨ ਸਤਿਕਾਰ ਮਿਲਣ ਤੋਂ ਬਾਅਦ ਕਈ ਵਾਰ ਸੋਚ ਆ ਜਾਂਦੀ ਹੈ, ਜਿਸ ਕਿਸਮ ਦੀ ਸੋਚ ਆਈ ਹੈਗੀ ਹੈ ਉਹ ਅਲਵਿਦਾ ਕਹਿ ਜਾਂਦੇ ਹੈਗੇ ਆ। ਬਟ ਪਾਰਟੀ ਦੀ ਜਿਹੜੀ ਮਜ਼ਬੂਤੀ ਹੈ, ਪਾਰਟੀ ਦੀ ਜਿਹੜੀ ਸੋਚ ਹੈ ਔਰ ਪਾਰਟੀ ਦਾ ਜੋ ਆਪ ਇੰਨੇ ਸਾਲਾਂ ਦਾ ਜਿਹੜਾ ਯੋਗਦਾਨ ਹੈਗਾ ਉਹ ਕਿਤੇ ਇਸ ਚੀਜ਼ ਦਾ ਸਲਾਹਾਂ ਦਿੱਤੀਆਂ ਨੇ, ਸੁਝਾਅ ਦਿੱਤੇ ਨੇ ਰਾਹੁਲ ਗਾਂਧੀ ਸਾਹਿਬ ਨੂੰ। ਇੱਕ ਲੜਾਈ ਦਾ ਵੀ ਜ਼ਿਕਰ ਉਹਨਾਂ ਨੇ ਕੀਤਾ, ਅੰਬਿਕਾ ਸੋਨੀ ਦਾ ਬਾਰ-ਬਾਰ ਜ਼ਿਕਰ ਉਹਨਾਂ ਨੇ ਕੀਤਾ, ਕਾਫੀ ਵੱਡੇ ਲੀਡਰ ਨੇ ਉਹ। ਤੇ ਇਹਨਾਂ ਸੁਝਾਅ 'ਤੇ ਕੋਈ ਵਿਚਾਰ ਵਟਾਂਦਰਾ ਹੋਏਗਾ? ਜਦੋਂ ਤੁਸੀਂ ਪਰਿਵਾਰ ਦਾ ਹਿੱਸਾ ਨਹੀਂ ਰਹੇ ਤੇ ਜਿਹੜੇ ਤੁਸੀਂ ਸਲਾਹ ਦੇ ਕੇ ਜਾਂਦੇ ਹੈਗੇ ਹੋ ਉਹ ਸਲਾਹ ਨਹੀਂ ਰਹਿੰਦੀ। ਉਹ ਕਿਤੇ ਨਾ ਕਿਤੇ ਉਹ ਸਲਾਹ ਦੀ ਬਜਾਏ ਜਾਮ ਹੋ ਗਏ। ਉਹਨੂੰ ਕਿਸ ਤਰੀਕੇ ਨਾਲ ਵੀ ਲੈ ਸਕਦੇ ਹੋ, ਗਿਲੇ ਸ਼ਿਕਵੇ ਲੈ ਸਕਦੇ ਹੋ, ਮਨ ਦੇ ਵਲਵਲੇ ਜਿਹੜੇ ਹੁੰਦੇ ਹੈਗੇ ਆ ਉਹ ਲੈ ਸਕਦੇ ਹੋ। ਸਲਾਹ ਤੇ ਸੁਝਾਵ ਉੱਥੇ ਦਿੱਤੇ ਜਾਣੇ ਚਾਹੀਦੇ ਆ ਜਿੱਥੇ ਜਦੋਂ ਤੁਸੀਂ ਇੱਕ ਪਰਿਵਾਰ ਦਾ ਹਿੱਸਾ ਹੋਵੋ ਔਰ ਪਰਿਵਾਰ ਦੇ ਵਿੱਚ ਤੁਹਾਡੀ ਜਿਹੜਾ ਕੱਦ ਹੈਗਾ ਉਹ ਸੁਝਾਵਾਂ ਨੂੰ ਔਰ ਉਹ ਸੋਚ ਨੂੰ ਹਮੇਸ਼ਾ ਮਾਣ ਤੇ ਸਤਿਕਾਰ ਮਿਲਦਾ ਹੈ। ਚਲੋ, ਮਾਨ ਸਤਿਕਾਰ ਦੀ ਗੱਲ ਤਾਂ ਕਾਂਗਰਸ ਕਹਿੰਦੀ ਹੈ ਕਿ ਸਾਰਿਆਂ ਨੂੰ ਦਿੱਤਾ ਵੈਸੇ, ਪਰ ਕੀ ਨਵਿਆਂ ਨੂੰ ਮੌਕਾ ਮਿਲੇਗਾ ਹੁਣ? ਕਿਉਂਕਿ ਤੁਹਾਡੇ ਹੱਥ ਵੀ ਕਾਫੀ ਵੱਡੀ ਜ਼ਿੰਮੇਵਾਰੀ ਆ, ਹੋਰ ਵੀ ਜਿਹੜੇ ਨਵੇਂ ਪ੍ਰਧਾਨ ਲਗਾਏ ਗਏ ਨੇ, ਯੂਥ ਕਾਂਗਰਸ ਤੋਂ ਉਹਨਾਂ ਨੇ ਆਪਣੀ ਸ਼ੁਰੂਆਤ ਕੀਤੀ ਸੀ, ਤਾਂ ਨਵਿਆਂ ਨੂੰ ਮੌਕਾ ਮਿਲੇਗਾ? ਜਾਂ ਜਿਹੜੇ ਇਲਜ਼ਾਮ ਲੱਗਦੇ ਨੇ ਕਿ ਪਰਿਵਾਰਵਾਦ ਜਾਂ ਬਾਕੀ ਜਿਹੜੀਆਂ ਚੀਜ਼ਾਂ ਨੇ ਉਹੀ ਹਾਵੀ ਰਹਿਣਗੀਆਂ ਪੰਜਾਬ 'ਚ? ਦੇਖੋ, ਵਰਕਿੰਗ ਪ੍ਰਧਾਨ ਬਣਿਆ ਤੇ ਪ੍ਰਧਾਨ ਬਣੇ ਆ ਦੋਨੋਂ ਹੀ ਗੈਰ ਸਿਆਸੀ ਬੈਕਗਰਾਊਂਡ ਹੈ। ਦੋਨਾਂ ਦੇ ਪਰਿਵਾਰ ਦੇ ਵਿੱਚ ਮਾਂ ਪਿਓ ਜਾਂ ਕੋਈ ਵੀ ਪਰਿਵਾਰ ਦਾ ਮੈਂਬਰ, ਠੀਕ ਹੈ, ਦੋਨਾਂ ਦੀ ਉਮਰ ਲਗਭਗ 50 ਸਾਲ ਤੋਂ ਥੱਲੇ ਹੈ। ਇੱਕ 40-42 ਸਾਲ ਦੇ, 44 ਸਾਲ ਦੇ, ਦੂਜੇ 47-48 ਸਾਲ ਦੇ ਹੈ। ਜਿਹੜੇ ਵਾਈਸ ਪ੍ਰੈਜ਼ੀਡੈਂਟਸ ਬਣੇ ਹੈਗੇ ਆ ਉਹ ਵੀ ਤਕਰੀਬਨ
ਯੂਥ ਹੈ। ਯੂਥ ਦੇ ਨਾਲ ਇੱਕ ਜਿਹੜੀ ਪਾਰਟੀ ਦੇ ਵਿੱਚ ਤਿੰਨ ਪੁਸ਼ਤੀ ਯੋਗਦਾਨ ਹੈਗਾ, ਜਿਵੇਂ ਅਰੁਣਾ ਚੌਧਰੀ ਮੈਮ ਹੈ, ਇੱਕ ਇਹੋ ਜਿਹਾ ਪਰਿਵਾਰ ਦਾ ਉਸ ਟੀਮ ਦਾ ਜਿਹੜਾ ਹੈਗਾ ਮੈਂਬਰ ਬਣਿਆ। ਕਿਸੇ ਵੀ ਚੀਜ਼ ਨੂੰ ਚਲਾਉਣ ਲਈ ਇੱਕ ਬਲੈਂਡ ਹੁੰਦਾ, ਇੱਕ ਮਿਸ਼ਰਣ ਹੁੰਦਾ, ਜਿਹਦੇ ਵਿੱਚ ਤੁਸੀਂ ਯੂਥ ਨੂੰ, ਤੁਸੀਂ ਮਿਡਲ ਏਜ ਨੂੰ, ਤੁਸੀਂ ਸੀਨੀਅਰ ਲੀਡਰਸ਼ਿਪ ਨੂੰ ਇਕੱਠਾ ਕਰਕੇ। ਜ਼ਰੂਰੀ ਕੀ ਹੈ? ਸਭ ਤੋਂ ਜ਼ਿਆਦਾ ਜ਼ਰੂਰਤ ਇਹ ਹੈ ਕਿ ਤੁਸੀਂ ਪਰਿਵਾਰਵਾਦ ਦੀ ਗੱਲ ਕੀਤੀ। ਮੇਰੀ ਤਾਂ ਸੋਚ ਇਹ ਹੈ ਕਿ ਜੋ ਬੰਦਾ ਸਹੀ ਤੌਰ 'ਤੇ ਚੀਜ਼ ਡਿਜ਼ਰਵ ਕਰਦਾ ਉਹਨੂੰ ਉਹ ਚੀਜ਼ ਮਿਲਣੀ ਚਾਹੀਦੀ ਹੈਗੀ ਹੈ। ਔਰ ਜਿਹੜੀ ਸੋਚ ਹੈਗੀ ਹੈ, ਭਾਵੇਂ ਉਹ ਪਰਿਵਾਰਿਕ ਸੋਚ ਹੋਵੇ, ਭਾਵੇਂ ਰਾਜਨੀਤਿਕ ਸੋਚ ਹੋਵੇ, ਭਾਵੇਂ ਕਿਸੇ ਕੰਪਨੀ ਦੀ ਪ੍ਰੋਫੈਸ਼ਨਲ ਸੋਚ ਹੋਵੇ, ਹਮੇਸ਼ਾ ਇਸ ਦੀ ਬਣਤਰ ਹੋਣੀ ਚਾਹੀਦੀ ਹੈ ਕਿ ਜਿਹੜਾ ਬੰਦਾ ਡਿਲੀਵਰ ਕਰ ਸਕਦਾ, ਡਿਜ਼ਰਵ ਕਰਦਾ, ਮਿਹਨਤ ਕਰ ਸਕਦਾ ਹੈ ਔਰ ਉਸ ਨਾਲ ਪਾਰਟੀ ਨੂੰ ਜਾਂ ਸਿਸਟਮ ਨੂੰ ਫਾਇਦਾ ਹੋ ਸਕਦਾ, ਉਸ ਨੂੰ ਅੱਗੇ ਲਾ ਕੇ ਚੱਲਣਾ ਚਾਹੀਦਾ ਜੀ। ਤੇ ਦੂਜੇ ਪਾਸੇ ਹੁਣ ਪੰਜਾਬ ਦੇ ਮਸਲਿਆਂ ਤੇ ਵੀ ਮੈਂ ਆਉਂਗਾ। ਮੋਹਾਲੀ ਬਲਾਸਟ ਹੋਇਆ, ਡੀਜੀਪੀ ਸਾਹਿਬ ਕਹਿ ਕੇ ਗਏ, ਆਪਣੀ ਉਹਨਾਂ ਨੇ ਗੱਲਾਂ ਰੱਖੀਆਂ, ਕਾਫੀ ਖੁਲਾਸੇ ਵੀ ਉਹਨਾਂ ਨੇ ਕੀਤੇ। ਤੇ ਇਸ ਦੇ ਨਾਲ ਕੀ ਪੰਜਾਬ ਦੀ ਸੁਰੱਖਿਆ ਦੀ ਜਿਹੜੀ 50 ਕਿਲੋਮੀਟਰ ਦਾ ਦਾਇਰਾ ਵਧਾਉਣ ਦਾ ਮਸਲਾ, ਤੇ ਕੀ ਉਹਦੇ ਤੇ ਵੀ ਸਰਕਾਰ ਨੂੰ ਗੌਰ ਕਰ ਲੈਣਾ ਚਾਹੀਦਾ ਇੱਕ ਵਾਰੀ? ਦੇਖੋ, ਤੁਸੀਂ ਪੰਜਾਬ ਦੇ ਜਦੋਂ ਮਸਲੇ ਆਏ ਨਾ, ਤੇ ਇੱਕ ਮੋਹਾਲੀ ਬਲਾਸਟ 'ਚ ਹੀ ਕੰਮ ਖਤਮ ਕਰਤਾ, ਬਾਕੀ ਚੀਜ਼ਾਂ ਤੁਸੀਂ ਦੀਨਾ ਨਗਰ ਹੋ ਗਿਆ ਪੁਰਾਣਾ, ਤਾਂ ਫਿਰ ਮੈਂ ਇਤਿਹਾਸ ਖੋਲੂੰ ਤਾਂ ਫਿਰ ਤਾਂ ਬਹੁਤ ਲੰਬਾ। 50 ਦਿਨਾਂ ਦੇ ਵਿੱਚ ਜੋ ਹੋਇਆ, ਮੇਰੇ ਹਿਸਾਬ ਦੇ ਨਾਲ 97 ਤੋਂ ਲੈ ਕੇ 2022 ਤੱਕ ਸਰਕਾਰਾਂ ਬਣੀਆਂ, ਔਰ ਹਰ ਕਦੀ ਪਹਿਲੇ ਦਿਨ, ਦੂਜਾ ਦਿਨ, ਪੰਜਵਾਂ ਦਿਨ, 50ਵਾਂ ਦਿਨ ਹੁੰਦਾ, ਇਸ ਕਿਸਮ ਦਾ ਮਾਹੌਲ ਕਿਤੇ ਬਣਿਆ ਹੀ ਨਹੀਂ। ਲੁੱਟਾਂ ਖੋਹਾਂ ਨੂੰ ਲੈ ਕੇ, ਭਾਵੇਂ ਲੁਧਿਆਣਾ ਦੇਖ ਲਓ, ਭਾਵੇਂ ਮਾਝਾ ਦੇਖ ਲਓ, ਭਾਵੇਂ ਕਬੱਡੀ ਪਲੇਅਰਾਂ ਦੀ ਦਿਨ ਦਿਹਾੜੇ ਕਤਲ ਦੇਖ ਲਓ, ਗੁਰਦਾਸਪੁਰ ਦੇ ਵਿੱਚ ਮਸਲੇ ਨੂੰ ਲੈ ਕੇ ਇੱਕੋ ਪਰਿਵਾਰ ਦੇ ਜੀਆਂ ਦੇ ਕਤਲ ਦੇਖ ਲਓ। ਕਿੱਥੇ ਆਪਾਂ ਗੱਲ ਕਰੀਏ, ਲੁੱਟ ਲੁਟੇਰੇ ਜਿਹੜੇ ਹੈਗੀ ਆ ਇੰਨੇ ਜ਼ਿਆਦਾ ਵਾਧਾ ਹੋ ਚੁੱਕਿਆ ਹੈ। ਸੋ ਲਾਅ ਐਂਡ ਆਰਡਰ ਜਿਹੜਾ ਮੁਹਾਲੀ ਆ ਕੇ ਹੋਇਆ ਹੈ, ਤਾਂ ਮਤਲਬ ਇਸ ਤੋਂ ਅੱਗੇ ਤਾਂ ਹੁਣ ਕੁਝ ਰਿਹਾ ਹੀ ਨਹੀਂ। ਅੱਜ ਆਪਾਂ ਮੁਹਾਲੀ ਬਲਾਸਟ ਨੂੰ ਲੈ ਕੇ ਮਾਨਯੋਗ ਡੀਜੀਪੀ ਸਾਹਿਬ ਇੰਟਰਵਿਊ ਕਰਕੇ ਇਨਕਸ਼ਾਫ ਕਰ ਰਹੇ ਹੈਗੇ ਆ। ਤੁਹਾਡਾ ਦਿਲ ਤੇ ਦਿਮਾਗ, ਮੈਂ ਇੱਕ ਪਹਿਲਾਂ ਵੀ ਗੱਲ ਕਹੀ ਹੈ, ਤੁਹਾਡਾ ਇੰਟੈਲੀਜੈਂਸ ਹੈੱਡਕੁਆਟਰ ਹੁੰਦਾ ਹੈ, ਉਸ 'ਤੇ ਬਿਨਾਂ ਖੌਫ ਤੋਂ ਜਿਹੜੀ ਲੋਕ ਆਉਂਦੇ ਆ ਔਰ ਇਸ ਕਿਸਮ ਦਾ ਹਮਲਾ ਕਰਕੇ ਲੰਘ ਜਾਂਦੇ ਆ, ਇੱਕ ਵਕਤ ਚੂਜ਼ ਕਰਦੇ ਆ ਜਾਣਬੁੱਝ ਕੇ, ਜਦੋਂ ਕਿ ਉਹਨਾਂ ਨੂੰ ਪਤਾ ਹੈ ਕਿ ਇਸ ਟਾਈਮ ਇਹ ਵਿੰਗ ਦੇ ਵਿੱਚ ਕੋਈ ਬੈਠਾ ਨਹੀਂ ਹੋਊਗਾ। ਉਹ ਇੱਕ ਵਾਰਨਿੰਗ ਹੈ, ਉਹ ਇੱਕ ਚੈਲੰਜ ਹੈ। ਔਰ ਸਾਡੀ ਬਾਰਡਰ ਸਟੇਟ ਹੈ, ਜੇ ਅਸੀਂ ਜ਼ਿਆਦਾ ਧਿਆਨ ਗੁਜਰਾਤ ਦੇ ਵਿੱਚ ਜਾਂ ਜ਼ਿਆਦਾ ਧਿਆਨ ਮਹਾਰਾਸ਼ਟਰ ਦੇ ਵਿੱਚ ਜਾਂ ਹਿਮਾਚਲ 'ਚ ਰੱਖਾਂਗੇ, ਤਾਂ ਪਿੱਛੇ ਇਹੋ ਜਿਹੇ ਹਾਲਾਤ ਬਣਨ ਦੇ ਜਿਹੜੇ ਅਸਾਰ ਨੇ ਉਹ ਤੁਹਾਨੂੰ ਸਾਹਮਣੇ ਦਿਖਣ ਲੱਗ ਪਏ ਹੈਗੇ ਆ। ਇਸ ਸਟੇਜ ਦੇ ਉੱਤੇ ਨਾ ਮੈਂ ਪੁਲਿਸ ਨੂੰ ਕਿਸੇ ਦੇ ਕਿਉਂਕਿ ਇਹ ਸਮਾਂ ਨਹੀਂ ਕਿ ਫੋਰਸ ਦਾ ਮਨੋਬਲ ਗੇਰੋ, ਇਹ ਸਮਾਂ ਨਹੀਂ ਕਿ ਤੁਸੀਂ ਸਿਸਟਮ ਨੂੰ ਕ੍ਰਿਟਿਸਾਈਜ਼ ਕਰੋ। ਤੁਸੀਂ ਆਪ ਦਾ ਜਿਹੜਾ ਇੱਕ ਪਾਰਟੀ ਵੱਲੋਂ ਯੋਗਦਾਨ ਪਾ ਕੇ, ਔਰ ਸਾਡੇ ਪਾਰਟੀ ਪ੍ਰਧਾਨ ਨੇ ਵੀ ਇਹ ਗੱਲ ਆਖੀ ਕਿ ਇਹ ਇਟ ਇਜ਼ ਅ ਮੈਟਰ ਆਫ ਨੈਸ਼ਨਲ ਸਿਕਿਉਰਿਟੀ, ਔਰ ਇਸ ਮੁੱਦੇ ਨੂੰ ਲੈ ਕੇ ਜੇ ਤੁਸੀਂ ਸਰਬ ਦਲ ਦੀ ਮੀਟਿੰਗ ਬੁਲਾਉਣਾ ਚਾਹੁੰਦੇ ਹੋ, ਕੋਈ ਯੋਗਦਾਨ ਪਾਉਣਾ ਚਾਹੁੰਦੇ ਹੋ, ਜਿੱਥੇ ਸਾਨੂੰ ਖੜਾ ਕਰਕੇ ਕੁਝ ਕਰਨਾ ਚਾਹੁੰਦੇ ਹਾਂ, ਅਸੀਂ ਕਰਨ ਨੂੰ ਤਿਆਰ ਹੈ, ਪਰ ਬਈ ਧਿਆਨ ਕਰੋ, ਇਹ ਰਿਐਕਸ਼ਨਸ ਬੰਦ ਕਰੋ। ਪ੍ਰੀ ਐਕਟਿਵ ਜਿਹੜਾ ਸਿਸਟਮ ਹੁੰਦਾ ਵੀ ਰੋਕਣ ਤੋਂ ਹੋਣ ਤੋਂ ਪਹਿਲਾਂ ਜਿਹੜਾ ਰੋਕਣ ਵਾਲਾ ਇੱਕ ਰੋਲ ਹੁੰਦਾ, ਉਸ ਵਿੱਚ ਆਓ ਔਰ ਆਪਦੀ ਜਿਹੜੀ ਧਿਆਨ ਹੈਗਾ ਉਹ ਇੱਧਰ ਉੱਧਰ ਦੀ ਬਜਾਏ ਸਟੇਟ ਦੇ ਵਿੱਚ, ਰਾਜ ਨੂੰ ਠੀਕ ਕਰਨ ਦੇ ਵਿੱਚ ਲਗਾਓ, ਨਾ ਕਿ ਵਕਤ ਰਹਿੰਦੇ ਸਬਕ ਲੈ ਲੈਣਾ ਚਾਹੀਦਾ। ਕਿਤੇ ਇਹ ਤਾਂ ਨਹੀਂ ਕਿ ਜਿੱਦਾਂ ਹਿਮਾਚਲ 'ਚ ਜੈਰਾਮ ਸਾਹਿਬ ਨੂੰ ਧਮਕੀਆਂ ਮਿਲੀਆਂ, ਸੁੱਖੂ ਸਾਹਿਬ ਨੂੰ ਨਹੀਂ, ਮੈਂ ਰਾਣਾ ਵਿਧਾਇਕ ਰਜਿੰਦਰ ਰਾਣਾ, ਉਹਨਾਂ ਨੂੰ ਧਮਕੀ ਮਿਲੀ ਸੀ। ਜਿਹੜੇ ਸੱਤਾ 'ਚ ਨੇ ਉਹਨਾਂ ਨੇ ਗੌਰ ਨਹੀਂ ਕੀਤੀ, ਹਲਕੇ 'ਚ ਲਿਆ। ਵਿਪਕਸ਼ ਵੀ ਥੋੜ੍ਹਾ ਜਿਹਾ ਢਿੱਲਾ ਰਿਹਾ, ਤਾਂ ਹੀ ਸ਼ਾਇਦ ਖਾਲਿਸਤਾਨ ਦੇ ਝੰਡੇ ਵਿਧਾਨ ਸਭਾ ਦੇ ਬਾਹਰ ਹਿਮਾਚਲ 'ਚ ਲੱਗ ਗਏ। ਤੇ ਆਪੋਜੀਸ਼ਨ 'ਚ ਤੁਸੀਂ ਬੈਠੇ ਹੋ, ਤਾਂ ਤੁਸੀਂ ਨਹੀਂ ਸਰਕਾਰ ਨੂੰ ਚਾਹੋਗੇ ਕਿ ਸਾਰੇ ਇਕੱਠੇ ਹੋ ਜਾਈਏ, ਸਿਆਸਤ ਨਾ ਕਰੀਏ? ਮੈਂ ਤਾਂ ਤੁਹਾਨੂੰ ਆਪਦੇ ਤੁਹਾਡੇ ਲੇਕਿਨ ਸਾਡੇ ਪਾਰਟੀ ਪ੍ਰਧਾਨ, ਦੇਖੋ ਪਾਰਟੀ ਪ੍ਰਧਾਨ ਨੇ ਵੀ ਇਹੀ ਗੱਲ ਆਖੀ ਹੈ। ਕਾਂਗਰਸ ਤੇ ਕਿਸੇ ਵੀ ਵਰਕਰ ਜਾਂ ਸਾਡੀ ਜਿਹੜੀ ਇੱਕ ਆਪੋਜੀਸ਼ਨ ਦਾ ਰੋਲ ਹੁੰਦਾ, ਅਸੀਂ ਕਿਸੇ ਕਿਸਮ ਦਾ ਵੀ ਹਜੇ ਕੋਈ ਇਹੋ ਜਿਹੀ ਐਜੀਟੇਸ਼ਨ ਨਹੀਂ ਸ਼ੁਰੂ ਕੀਤੀ ਲਾਅ ਐਂਡ ਆਰਡਰ ਨੂੰ ਲੈ ਕੇ। ਬੀਜੇਪੀ ਨੈਸ਼ਨਲ ਗਵਰਨਮੈਂਟ ਸਾਡੀ ਉਹ ਸੰਭਾਲ ਰਹੀ ਹੈ, ਸਟੇਟ ਗਵਰਨਮੈਂਟ ਸਾਡੀ ਆਪ ਸੰਭਾਲ ਰਹੀ ਹੈ। ਰੌਕਟ ਲਾਂਚਰਾਂ ਤੱਕ ਦਾ ਇਸਤੇਮਾਲ ਹੋ ਜਾਂਦਾ ਹੈ, ਮਤਲਬ ਕੇਂਦਰ ਸਰਕਾਰ ਕੋਲੇ NIA ਹੈ, ਰॉ ਹੈਗਾ, ਇੰਨੀਆਂ ਜ਼ਿਆਦਾ ਏਜੰਸੀਜ਼ ਹੈਗੀਆਂ ਕਿ,
ਔਰ ਬੜਾ ਵੱਡਾ ਰੋਲ ਪਲੇ ਕਰਦੀਆਂ ਉਹ। ਔਰ ਬਾਰਡਰ ਸਟੇਟ ਹੋਣ ਕਰਕੇ ਜਿਹੜੀ ਨੈਸ਼ਨਲ ਗਵਰਨਮੈਂਟ ਹੁੰਦੀ ਹੈ, ਸੈਂਟਰਲ ਗਵਰਨਮੈਂਟ ਹੁੰਦੀ ਹੈ, ਉਹਦਾ ਬੜਾ ਧਿਆਨ ਹੁੰਦਾ ਹੈ। ਇਸ ਕਰਕੇ ਸਾਡੀ ਤਾਂ ਸੈਂਟਰਲ ਗਵਰਨਮੈਂਟ ਨੂੰ ਵੀ ਇਹ ਬੇਨਤੀ ਹੈ ਔਰ ਸਟੇਟ ਨੂੰ ਵੀ ਹੈਗੀ ਆ ਵੀ ਇਹ ਜਿਹੜਾ ਸੋਚ ਬਣਦੀ ਜਾ ਰਹੀ ਹੈ, ਜੋ ਮਾਹੌਲ ਬਣਦਾ ਜਾ ਰਿਹਾ, ਇਸ ਨੂੰ ਮੋਨੀਟਰ ਕਰੋ ਔਰ ਇਸ 'ਤੇ ਜਲਦੀ ਕਾਬੂ ਪਾਉਣ ਦੀ ਸਭ ਕੋਸ਼ਿਸ਼ਾਂ ਕਰੋ। ਅੱਛਾ, ਇੱਕ ਅਹਿਮ ਤੇ ਲਾਸਟ ਸਵਾਲ ਲਾਉਂਗਾ। ਨੱਡਾ ਸਾਹਿਬ ਵੀ ਅੱਜ ਲੁਧਿਆਣਾ ਦੌਰੇ ਤੇ ਨੇ, ਤੁਹਾਡਾ ਵੀ ਲੋਕਲ ਏਰੀਆ ਪੈ ਜਾਂਦਾ, ਤੇ ਦੂਜੇ ਪਾਸੇ ਜੇਕਰ ਚਿੰਤਨ ਸਿਵਰ ਕਾਂਗਰਸ ਨੇ ਪਹਿਲਾਂ ਕਰ ਲਿਆ ਹੁੰਦਾ ਤਾਂ ਪੰਜਾਬ 'ਚ ਇਹਦਾ ਅਸਰ ਨਹੀਂ ਵੇਖਦਾ, ਸ਼ਾਇਦ ਸੀਟਾਂ ਆ ਜਾਂਦੀਆਂ, ਜਾਂ ਨੱਡਾ ਸਾਹਿਬ ਵੀ ਪਹਿਲਾਂ ਆ ਜਾਂਦੇ ਤਾਂ ਉਹਨਾਂ ਨੂੰ ਵੀ ਫਾਇਦਾ ਹੋ ਜਾਂਦਾ। ਨਹੀਂ, ਤੁਸੀਂ ਹਜੇ ਸਮਝ ਨਹੀਂ ਸਕੇ। 2022 ਦੀ ਜਿਹੜੀ ਇਲੈਕਸ਼ਨ ਹੈ ਉਹ ਇੱਕ ਅਲੱਗ ਸੋਚ ਤੇ ਆਈ ਹੈ। ਮਤਲਬ 24 ਤੇ ਫੋਕਸ ਉਹ ਨਹੀਂ, 22 ਤੁਸੀਂ ਆਪਾਂ 22 ਦੀ ਗੱਲ ਕੀ ਨਾ, ਵੀ ਜੇ ਚਿੰਤਨ ਸ਼ਿਵਰ 22 ਤੋਂ ਪਹਿਲਾਂ ਹੋ ਜਾਂਦਾ ਜਾਂ ਨੱਡਾ ਸਾਹਿਬ ਅਸੈਂਬਲੀ ਇਲੈਕਸ਼ਨ ਤੋਂ ਪਹਿਲਾਂ ਆ ਜਾਂਦੇ, ਮੈਂ ਤੁਹਾਨੂੰ ਦੱਸਿਆ ਸੀ ਪੰਜਾਬ ਦੀ ਇੱਕ ਜਿਹੜੀ ਪੂਰੇ ਪੰਜਾਬ 'ਚ ਇੱਕ ਜਿਹੜਾ ਬਦਲਾਵ ਦਾ ਮਾਹੌਲ ਬਣਿਆ, ਉਸ 'ਚ ਉਹਨਾਂ ਨੇ ਵਿਅਕਤੀ ਵਿਸ਼ੇਸ਼ਤਾ ਦੇਖਿਆ ਹੀ ਨਹੀਂ। ਉਹਨਾਂ ਨੇ ਇੱਕ ਬਦਲਾਵ ਦੀ ਮੁਹਿੰਮ ਛੇੜੀ। ਬਦਲਾਵ ਦੇ ਵਿੱਚ ਉਹਨਾਂ ਨੇ ਆਖਿਆ ਵੀ ਅਸੀਂ ਆਹ ਵੀ ਦੇਖ ਲਿਆ, ਅਸੀਂ ਆਹ ਵੀ ਦੇਖ ਲਿਆ, ਅਸੀਂ ਆਹ ਵੀ ਦੇਖ ਲਿਆ, ਇਸ ਵਾਰ ਇਹਨੂੰ ਦੇਖ ਕੇ ਦੇਖਣਾ ਹੈ। ਉਹਦਾ ਨਜ਼ਾਰਾ ਹੁਣ ਆਪਾਂ ਦੇਖ ਹੀ ਰਹੇ ਹਾਂ। 50 ਦਿਨ ਦਾ ਨਜ਼ਾਰਾ ਤੁਹਾਡੇ ਸਾਹਮਣੇ ਹੈ ਕਿ ਆਪਾਂ ਕੀ ਕੀ ਦੇਖਿਆ ਹੈਗਾ। ਜਿਹੜੇ ਇਤਿਹਾਸਿਕ ਫੈਸਲੇ ਆਪਾਂ ਸੁਣਨ ਨੂੰ ਦੇਖ ਰਹੇ ਹੈਗੇ ਆ, ਜਾਂ ਜੋ ਹਾਲਾਤ ਹੈਗੇ ਆ, ਭਾਵੇਂ ਉਹ ਬਿਜਲੀ ਦਾ ਇਸ਼ੂ ਹੈਗਾ, ਭਾਵੇਂ ਉਹ ਲਾਅ ਐਂਡ ਆਰਡਰ ਦਾ ਇਸ਼ੂ ਹੈਗਾ, ਭਾਵੇਂ ਉਹ ਜਿਹੜੀਆਂ ਵੇਰੀਅਸ ਕਰਜ਼ਿਆਂ ਦੀਆਂ ਗੱਲਾਂ ਕਰਦੇ ਹੁੰਦੇ ਸੀ, ਭਾਵੇਂ ਸੁਪਰੀਮ ਕੋਰਟ ਦੇ ਜ਼ਮੀਨਾਂ ਦੇ ਫੈਸਲੇ ਨੂੰ ਲੈ ਕੇ ਉਸ 'ਤੇ ਜਿਹੜਾ ਐਕਸ਼ਨ ਕਰਨ ਦੀ ਗੱਲ ਹੈਗੀ ਹੈ, ਉਸ ਨੂੰ ਕਿਵੇਂ ਦਿਖਾਇਆ ਜਾ ਰਿਹਾ। ਇਸ਼ੂ ਬਹੁਤ ਹੈ, ਪਰ ਇਹ ਜਿਵੇਂ ਕਹੀਦਾ ਹੈਗਾ ਕਿ ਜਦੋਂ ਇੱਕ ਲਾਅ ਐਂਡ ਆਰਡਰ ਇੱਕ ਇਹੋ ਜਿਹਾ ਇਸ਼ੂ ਹੈ ਜਿਸ 'ਤੇ ਕਿ ਜਿਹੜੀ ਵੀ ਪਾਰਟੀ ਸੱਤਾ 'ਚ ਹੋਵੇ ਉਹ ਪਹਿਲੇ ਦਿਨ ਤੋਂ ਹੀ ਉਸ ਲਈ ਰਿਸਪੌਂਸੀਬਲ ਹੁੰਦੀ ਹੈ ਇਨਸ਼ੋਰ ਕਰਨ ਲਈ ਕਿ ਲਾਅ ਐਂਡ ਆਰਡਰ 'ਚ ਵਿੱਚ ਗਿਰਾਵਟ ਨਾ ਆਵੇ। ਬਾਕੀ ਜਿੱਥੋਂ ਤੱਕ ਹੈਗਾ ਸਮਾਂ ਹੈ, ਆਸ ਕਰਦੇ ਹਾਂ ਕਿ ਜੋ ਵਿਸ਼ਵਾਸ ਜੋ ਪੰਜਾਬ ਦੇ ਲੋਕਾਂ ਨੇ ਮੌਜੂਦਾ ਸਰਕਾਰ ਵਿੱਚ ਰੱਖਿਆ ਸੀਗਾ, ਇਹ ਉਸ 'ਤੇ ਪੂਰਾ ਉਤਰਨਾ ਸ਼ੁਰੂ ਕਰਨਗੇ। ਨਾ ਕਿ ਸਪੀਕਰ ਸਾਹਿਬ ਰਾਹੀਂ ਇਹੋ ਜਿਹੇ ਬਿਆਨ ਦੇਣਗੇ ਵੀ ਹੁਣ ਅਸੀਂ 1000 ਰੁਪਈਆ ਨਹੀਂ ਦੇ ਸਕਦੇ, ਜਾਂ ਇਸ ਕਿਸਮ ਦੇ ਬਿਆਨ ਦੇਣਗੇ ਵੀ ਹੁਣ ਅਸੀਂ ਜਿਹੜੀ ਬਿਜਲੀ ਦਾ ਸਾਡੇ ਹਾਲਾਤ ਹੈ ਉਹ ਆਹ ਹਾਲ ਹੋ ਚੁੱਕਿਆ, ਜਾਂ ਲਾਅ ਐਂਡ ਆਰਡਰ ਨੂੰ ਲੈ ਕੇ ਡੀਜੀਪੀ ਸਾਹਿਬ ਹਜੇ ਇਨਕਸ਼ਾਫ ਹੀ ਕਰ ਰਹੇ ਹੋਣਗੇ ਵੀ ਜੇ ਸਾਨੂੰ ਪਤਾ ਤਾਂ ਲੱਗ ਗਿਆ ਕੌਣ ਬੰਦਾ ਕਿੱਥੇ ਖੜਾ, ਪਰ ਉਹ ਮਰੂਤੀ ਕਾਰ ਜਾਂ ਰਾਕਟ ਲਾਂਚਰ ਜਾਂ ਕਿਹੜਾ ਬੰਦਾ ਸੀ, ਕੀ ਕਰ ਗਿਆ, ਕਿੱਥੋਂ ਕਰ ਗਿਆ, ਉਹਦੇ ਬਾਰੇ ਅਜੀ ਕੋਸ਼ਿਸ਼ ਕਰ ਰਹੇ ਹਾਂ। ਇਹ ਚੀਜ਼ਾਂ ਅੱਛੀਆਂ ਉਦੋਂ ਲੱਗਣਗੀਆਂ ਜਦੋਂ ਇਹਨਾਂ ਚੀਜ਼ਾਂ ਨੂੰ ਇਹ ਮਾਹੌਲ ਬਣ ਗਿਆ ਵੀ ਹੋਣ ਤੋਂ ਪਹਿਲਾਂ ਹੀ ਉਸ ਚੀਜ਼ ਨੂੰ ਉੱਥੇ ਹੀ ਦਬੋਚ ਲਿਆ ਗਿਆ। ਫਿਰ ਦੁਬਾਰਾ ਲੋਕਾਂ ਦੇ ਵਿੱਚ ਦੁਬਾਰਾ ਲੁਧਿਆਣੇ ਦੀ ਤੁਸੀਂ ਗੱਲ ਕੀਤੀ, ਨੱਡਾ ਸਾਹਿਬ ਉੱਥੇ ਪਹੁੰਚੇ, ਲੁਧਿਆਣੇ ਬਿਜ਼ਨਸਮੈਨ ਜਿਹੜੇ ਹੈ ਜਾ ਕੇ ਜੇ ਤੁਸੀਂ ਉਹਨਾਂ ਨਾਲ ਪ੍ਰਾਈਵੇਟਲੀ ਗੱਲ ਕਰੋ, ਇੱਕ ਸਹਿਮ ਹੈ, ਘਬਰਾਹਟ ਹੈ। ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਉੱਥੇ ਪ੍ਰਾਈਵੇਟ ਸਿਕਿਉਰਿਟੀਜ਼ ਦਿੰਦੀਆਂ ਹੈਗੀਆਂ, ਉਹਨਾਂ ਨਾਲ ਗੱਲਬਾਤ ਕਰਕੇ ਦੇਖੋ ਕਿ ਉਹਨਾਂ ਦੀ ਮੰਗ ਵਿੱਚ ਕਿੰਨਾ ਵਾਧਾ ਹੋ ਚੁੱਕਿਆ। ਪਰ ਇਹ ਕਿਉਂਕਿ ਇਹੋ ਜਿਹੇ ਇਸ਼ੂ ਹੈਗੇ ਜਿਸ ਦੇ ਵਿੱਚ ਜਿਹੜਾ ਵੀ ਇਨ ਪਾਵਰ ਹੈਗਾ ਉਸ ਦੇ ਅੱਗੇ ਬੇਨਤੀ ਕੀਤੀ ਜਾ ਸਕਦੀ ਹੈ, ਭਾਈ ਇਸ ਵੱਲ ਧਿਆਨ ਕਰੋ, ਕਿਉਂਕਿ ਇਸ ਮਾਹੌਲ ਦੇ ਵਿੱਚ ਆਪਾਂ ਸਾਰੇ ਇਫੈਕਟਡ ਹੈ। ਸੋ ਇਹੀ ਤੁਹਾਡੇ ਚੈਨਲ ਰਾਹੀਂ ਵਾਰੀ-ਵਾਰੀ ਇਹੀ ਗੁਹਾਰ ਲਾਈ ਜਾ ਰਹੀ ਹੈਗੀ ਆ ਕਿ ਲਾਅ ਐਂਡ ਆਰਡਰ ਨੂੰ ਛੇਤੀ ਕਾਬੂ ਪਾਓ। ਜੀ ਚਲੋ, ਤੁਸੀਂ ਆਪਣੇ ਵਿਚਾਰ ਸਾਂਝਾ ਕੀਤੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਆਪਣਾ ਕੀਮਤੀ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਾਹਿਬ, ਬਹੁਤ-ਬਹੁਤ ਧੰਨਵਾਦ। ਤੁਸੀਂ ਮੈਨੂੰ ਮੌਕਾ ਦਿੱਤਾ, ਜਿਹੜੇ ਤੁਹਾਡੇ ਦਰਸ਼ਕ ਹੈਗੇ ਆ ਉਹਨਾਂ ਤਾਈਂ ਰੂਬਰੂ ਹੋਣ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਤੁਸੀਂ ਵੀ ਸੁਣਿਆ ਕਿ ਸੰਧੂ ਸਾਹਿਬ ਦੇ ਕੀ ਕੁਝ ਤਾਜ਼ਾ ਮਸਲਿਆਂ ਤੇ ਬਿਆਨ ਨੇ, ਵਿਚਾਰ ਨੇ, ਤੇ ਹੁਣ ਵੇਖਣ ਵਾਲੀ ਗੱਲ ਹੋਏਗੀ ਕਿ ਪੰਜਾਬ ਦੇ ਵਿੱਚ ਜੋ ਕੁਝ ਹਾਲਾਤ ਨੇ ਉਹ ਕਿਵੇਂ ਸੁਧਰਦੇ ਨੇ ਤੇ ਕਾਂਗਰਸ ਦੇ ਅੰਦਰ ਜੋ ਕੁਝ ਸਥਿਤੀ ਆ ਉਹ ਕਿਵੇਂ ਚੰਗੀ ਹੁੰਦੀ ਆ, ਕਿਉਂਕਿ ਚਿੱਤਾ ਸਭ ਨੂੰ ਆ। ਜਗਬਾਣੀ ਟੀਵੀ ਲਈ ਮੈਂ ਸੁਨੀਲ ਕੁਮਾਰ, ਕੈਮਰਾਮੈਨ ਜਸਨ ਦੇ ਨਾਲ, ਚੰਡੀਗੜ੍ਹ।